ਬਿਜ਼ਨਸ ਇਮੀਗ੍ਰੇਸ਼ਨ ਬਾਰੇ ਕੁਇਕਲੀ ਗੱਲ ਕਰ ਲੈਂਦੇ ਹਾਂ। ਚੀਜ਼ਾਂ ਬਹੁਤ ਆ ਅਤੇ ਚਲੋ ਪਹਿਲਾਂ ਬਿਜ਼ਨਸ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ। ਕੌਣ ਬੰਦਾ ਬਿਜ਼ਨਸ ਇਮੀਗ੍ਰੇਸ਼ਨ ਲਈ ਐਲੀਜੀਬਲ ਹੁੰਦਾ, ਕੌਣ ਅਪਲਾਈ ਕਰ ਸਕਦਾ? ਓਕੇ, ਬਿਜ਼ਨਸ ਇਮੀਗ੍ਰੇਸ਼ਨ ਆਈ ਲਵ ਦਿਸ ਟੋਪਿਕ, ਆਈ ਲਵ ਬਿਜ਼ਨਸ ਇਮੀਗ੍ਰੇਸ਼ਨ ਕਿਉਂਕਿ ਮੈਂ ਆਪ ਮਲਟੀਪਲ ਬਿਜ਼ਨਸ ਰਨ ਕਰ ਰਹੇ ਇਨ ਕੈਨੇਡਾ। ਮੇਰੇ ਡਿਫਰੈਂਟ ਬਿਜ਼ਨਸਿਸ ਹੈਗੇ ਆ ਇਨ ਕੈਨੇਡਾ। ਵਨ ਆਫ ਦੈਮ ਇਜ਼ ਇਮੀਗ੍ਰੇਸ਼ਨ ਕੰਸਲਟੈਂਸੀ ਕੰਪਨੀ। ਬਿਜ਼ਨਸ ਇਮੀਗ੍ਰੇਸ਼ਨ ਦੇ ਅੰਦਰ ਉਹ ਸਾਰੇ ਲੋਕ ਕੁਆਲੀਫਾਈਡ ਹੈ ਜਿਹੜੇ ਬੈਕ ਹੋਮ ਆਪਣੀ ਆਪਣੀ ਕੰਟਰੀ ਜੈਨੂਇਨ ਬਿਜ਼ਨਸ ਕਰ ਰਹੇ ਆ ਜਾਂ ਮੈਨੇਜਮੈਂਟ ਲੈਵਲ ਆਫ ਐਕਸਪੀਰੀਅੰਸ ਉਹਨੂੰ ਹੈਗਾ ਇਨ ਬਿਜ਼ਨਸ ਜਾਂ ਇਨ ਐਨੀਥਿੰਗ ਗੁੱਡ ਐਕਸਪੀਰੀਅੰਸ ਹੈ, ਉਹ ਸਾਰੇ ਬਿਜ਼ਨਸ ਇਮੀਗ੍ਰੇਸ਼ਨ ਲਈ ਕੁਆਲੀਫਾਈ ਕਰਦੇ ਆ। ਦੇਰ ਆਰ ਮੋਰ ਦੈਨ 28 ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮਸ। ਜਿੰਨੇ ਵੀ ਪ੍ਰੋਵਿੰਸਿਸ ਹੈਗੇ ਕੈਨੇਡਾ ਦੇ ਹਰ ਇੱਕ ਦੇ ਆਪਣੇ ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮਸ ਹੈ। ਦੇ ਵਾਂਟ people who are business owners, entrepreneurs with money to come and invest in their provinces. ਹੁਣ ਇਹਦੇ ਅੰਦਰ ਦੋ ਕੁਐਸਚਨ ਸਭ ਤੋਂ ਕਾਮਨ ਹੈ ਵੀ ਤੁਹਾਡੀ ਸਭ ਤੋਂ ਪਹਿਲੇ ਤੁਹਾਡੀ ਨੈਟਵਰਥ ਕਿੰਨੀ ਹੈ ਔਰ ਤੁਹਾਡੇ ਕੋਲ ਲਿਕੁਇਡ ਮਨੀ ਕਿੰਨਾ ਟੂ ਇਨਵੈਸਟ। ਅਗਰ ਤੁਹਾਡੀ ਨੈਟਵਰਥ ਹਰ ਇੱਕ ਦੀ ਆਪਣੀ ਆਪਣੀ ਹੈ, ਸਭ ਤੋਂ ਘੱਟ ਵਾਲੇ ਆਪਸ਼ਨਸ ਦੋ ਆ 28 ਚੋਂ। ਇੱਕ ਐਲਬਰਟਾ ਦਾ $1,00,000 ਦਾ ਪ੍ਰੋਗਰਾਮ ਹੈ ਔਰ ਇੱਕ ਬ੍ਰਿਟਿਸ਼ ਕੋਲੰਬੀਆ ਦਾ ਰੂਰਲ ਪਾਇਲਟ ਪ੍ਰੋਗਰਾਮ ਹੈ, ਉੱਤੇ ਵੀ $100,000 ਚਾਹੀਦੇ ਆ ਮਿਨੀਮਮ। ਥੀਸ ਆਰ ਸਭ ਤੋਂ ਲੋਐਸਟ ਆਪਸ਼ਨਸ ਆ, ਠੀਕ ਹੈ। ਬਟ ਦੇਰ ਆਰ ਅਦਰ ਆਪਸ਼ਨ ਡਿਪੈਂਡਿੰਗ ਹੁਣ ਜਿਹਦੀ ਨੈਟਵਰਕ ਜ਼ਿਆਦਾ ਹੈ ਉਸ ਮੇਜੋਰਟੀ ਦੇ ਅੰਦਰ ਕੁਆਲੀਫਾਈ ਕਰ ਜਾਊਗਾ। ਜਿਹਦੀ ਨੈਟਵਰਕ ਲਿਕੁਇਡ ਮਨੀ ਵੀ ਜ਼ਿਆਦਾ ਉਹ ਵੀ ਮੇਜੋਰਟੀ 'ਚ ਕੁਆਲੀਫਾਈ ਕਰ ਜਾਊਗਾ। ਹੁਣ ਇੱਥੇ ਡਿਪੈਂਡ ਕਰਦਾ ਬੰਦੇ ਕੋਲ ਐਕਸਪੀਰੀਅੰਸ ਕੀ ਆ। ਹੁਣ ਅਗਰ ਇਨ ਬੈਕ ਹੋਮ ਉਹਦੇ ਕੋਲ ਰਿਟੇਲ ਦਾ ਐਕਸਪੀਰੀਅੰਸ ਹੈ, ਸੋ ਵੀ ਰਿਕਮੈਂਡ ਓਕੇ ਇੱਥੇ ਰਿਟੇਲ ਦਾ ਕੋਈ ਬਿਜ਼ਨਸ ਕਰ ਕੋਈ ਵੀ ਸਕਦਾ, ਲੇਕਿਨ ਰਿਟੇਲ ਦਾ ਬਿਜ਼ਨਸ ਕਰ ਲਓ। ਦੋ ਕੁਐਸਚਨਸ ਇੰਪੋਰਟੈਂਟ ਹੈ, ਲਿਕੁਇਡ ਮਨੀ ਐਂਡ ਨੈਟਵਰਥ। ਬਟ ਯੈਸ, ਬੜਾ ਕਾਮਨ ਕੁਐਸਚਨ ਹੁੰਦਾ ਕਿ ਆਇਲਸ ਚਾਹੀਦਾ ਟੂ ਬਿਜ਼ਨਸ ਓਨਰਸ ਕਿ ਨਹੀਂ। ਆਇਲਸ ਚਾਹੀਦਾ, ਠੀਕ ਹੈ, ਚਾਹੀਦਾ ਸਿਰਫ ਕੁਛ ਕੀ ਕਿੰਨੇ CLB 4 3.5 IELTS in each module, ਮਤਲਬ ਕਿ ਬੇਸਿਕ ਚਾਹੀਦਾ, ਲੇਕਿਨ ਚਾਹੀਦਾ ਸਿਰਫ ਅਕੈਡਮਿਕ ਕਿ ਦੂਜਾ ਜਨਰਲ ਅਕੈਡਮਿਕ ਦੀ ਪੜ੍ਹਾਈ ਲਈ ਹੁੰਦਾ। ਅਗਰ ਸਸਕੈਚੁਅਨ ਦਾ ਇੱਕ ਬਿਜ਼ਨਸ ਪ੍ਰੋਗਰਾਮ ਹੈ ਜਿਹਦੇ ਅੰਦਰ ਫਾਰਮਰ ਲਈ ਆ, ਫਾਰਮਰ ਬਿਜ਼ਨਸ ਇਮੀਗ੍ਰੇਸ਼ਨ, ਉਹਦੇ ਅੰਦਰ ਆਇਲਸ ਨਹੀਂ ਚਾਹੀਦਾ। ਬਾਕੀ ਹਰ ਇੱਕ ਪ੍ਰੋਗਰਾਮ ਦੇ ਅੰਦਰ ਆਇਲਸ ਚਾਹੀਦਾ। ਸਿਰਫ ਰਿਫਿਊਜੀ ਵਿਦਾਊਟ ਆਇਲਸ ਪੱਕੇ ਹੁੰਦੇ ਆ ਜਾਂ ਸਪੋਂਸਰਸ਼ਿਪ ਵਾਲੇ ਪੇਰੈਂਟਸ ਜਾਂ ਸਪਾਊਜ਼ਲ, ਉਹ ਵਿਦਾਊਟ ਆਇਲਸ ਪੱਕੇ ਹੁੰਦੇ ਆ। ਅਦਰਵਾਈਜ਼ ਹਰ ਇੱਕ ਨੂੰ ਆਇਲਸ ਚਾਹੀਦਾ। ਅਤੇ ਜਿਵੇਂ ਮੈਂ ਉਹਨਾਂ ਦੇ ਮਤਲਬ ਸਪੋਜ਼ ਕਰੋ ਮੈਂ ਬਿਜ਼ਨਸ ਇਮੀਗ੍ਰੇਸ਼ਨ ਲਈ ਆਪਣੀ ਅਪਲਾਈ ਕਰਦਾ ਫਾਈਲ, ਅਤੇ ਇਹ ਕੀ ਬਿਜ਼ਨਸ ਇਮੀਗ੍ਰੇਸ਼ਨ ਦੇ ਬੇਸ ਦੇ ਉੱਤੇ ਮੈਂ ਇਕੱਲਾ ਪਰਮਾਨੈਂਟ ਰੈਜ਼ੀਡੈਂਟ ਹੋਊਗਾ ਕਿ ਮੇਰੀ ਪੂਰੀ ਫੈਮਿਲੀ ਯੋਰ ਚਿਲਡਰਨ ਇਫ ਦੇ ਆਰ ਅੰਡਰ 22, ਅਗਰ 22 ਤੋਂ ਵੱਧ ਵੀ ਆ ਲੇਕਿਨ ਤੁਹਾਡੇ 'ਤੇ ਡਿਪੈਂਡ ਹੈ, ਪੜ੍ਹ ਰਹੇ ਆ, ਤਾਂ ਉਹ ਵੀ ਕਰ ਸਕਦੇ ਆ। ਸੋ ਬਹੁਤ ਸਾਰੇ ਸਮਾਰਟ ਲੋਕ ਹੈਗੇ ਆ ਜਿਨ੍ਹਾਂ ਦੇ ਬੱਚਿਆਂ ਨੇ ਬਾਹਰ ਜਾਣਾ, ਕੈਨੇਡਾ ਆਉਣਾ ਟੂ ਪੜ੍ਹਨ ਲਈ। ਬਾਅਦ 'ਚ ਉਹਨਾਂ ਨੂੰ ਪਤਾ ਹੈ ਵੀ ਸਾਡੇ ਬੱਚਿਆਂ ਨੇ ਜਾਣਾ ਹੀ ਹੈ। ਸੋ ਰੈਦਰ ਦੈਨ ਸੈਂਡਿੰਗ ਦੇ ਕੇ, ਕਿਉਂਕਿ ਇੱਕ ਬੱਚੇ ਦਾ 40-50 ਹਜ਼ਾਰ ਲੱਗਦਾ, ਠੀਕ ਹੈ, ਚਾਹੇ ਉਹ ਕਾਲਜ ਲਈ ਆ ਰਹੇ, ਯੂਨੀਵਰਸਿਟੀ ਲਈ ਆ ਰਹੇ। ਸੋ ਉਹ ਦੋ ਬੱਚੇ ਕਿਸੇ ਦੇ, ਕਿਸੇ 3 ਬੱਚੇ, ਦੈਨ ਉਹ ਬਿਜ਼ਨਸ ਓਨਰਸ ਬੜੇ ਸਮਾਰਟਲੀ ਪਲੇ ਕਰਦੇ ਇੱਥੇ। ਦੇ ਕਮ ਟੂ ਕੈਨੇਡਾ, ਬਾਏ ਅ ਬਿਜ਼ਨਸ, ਆਪਣੀ PR, ਆਪਣਾ ਵਰਕ ਪਰਮਿਟ ਲੈ ਕੇ ਔਰ ਆਪਣੀ PR ਦਾ ਕੰਮ ਸ਼ੁਰੂ ਕਰ ਦਿੰਦੇ ਆ। ਵੈਨ ਦੇ ਕਮ ਟੂ ਕੈਨੇਡਾ ਔਨ ਵਰਕ ਪਰਮਿਟ, ਉਹਨਾਂ ਦੇ ਬੱਚਿਆਂ ਦੀ ਫੀਸ ਲੋਕਲ ਹੋ ਜਾਂਦੀ ਹੈ। ਸੋ ਦੇ ਡੋਂਟ ਹੈਵ ਟੂ ਪੇ ਇੰਟਰਨੈਸ਼ਨਲ ਫੀਸ। ਉਹ ਲੋਕਲ ਫੀਸ 'ਤੇ ਬੱਚੇ ਪੜ੍ਹਾਉਂਦੇ ਆ ਸਕੂਲ 'ਚ ਫਰੀ, ਔਰ ਯੂਨੀਵਰਸਿਟੀ ਜਾਂ ਕਾਲਜ ਦੀ ਫੀਸ ਲੋਕਲ ਸਟੂਡੈਂਟ ਦੀ ਫੀਸ ਹੋ ਜਾਂਦੀ ਹੈ। ਸੋ ਆਪਣੇ ਪੈਸਾ ਇਨਵੈਸਟ ਕਰ ਦਿੰਦੇ ਆ ਇਨ ਅ ਬਿਜ਼ਨਸ, ਪਲੱਸ ਉੱਥੋਂ ਪੈਸਾ ਬਚਾ ਲਿਆ ਸਟੂਡੈਂਟ ਦਾ, ਬੱਚਿਆਂ ਦਾ, ਔਰ ਆਪਣਾ ਪੈਸਾ ਜਦੋਂ PR ਹੋ ਗਈ ਜਾਂ ਤਾਂ ਬਿਜ਼ਨਸ ਸੈਲ ਆਊਟ ਕਰਤਾ ਔਰ ਆਪਣੇ ਪੈਸੇ ਕੱਢ ਲਏ ਬਾਹਰ। ਔਰ ਵਿਦ ਦਿਸ ਜਰਨੀ 3 ਸਾਲ 4 ਸਾਲ ਜਦੋਂ ਵੀ ਉਹਨਾਂ ਦੀ PR ਹੁੰਦੀ ਹੈ, ਦੇ ਵਿਲ ਬੀ ਮੇਕਿੰਗ ਮਨੀ ਫਰੋਮ ਦੇਅਰ ਓਨ ਬਿਜ਼ਨਸ। ਇੰਪਲੋਇਮੈਂਟ ਵੀ ਤਾਂ ਆਪਣੀ ਨਹੀਂ। ਪਰ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ $1,00,000 ਮਿਨੀਮਮ ਹੈਗੀ ਹੈ ਕੁਛ ਪ੍ਰੋਵਿੰਸਾਂ ਦੇ ਵਿੱਚ, ਇਹ ਤਾਂ ਮਿਨੀਮਮ ਹੋ ਗਈ, ਮੈਕਸੀਮਮ ਕੀ ਹੈ? ਡਿਪੈਂਡਿੰਗ, ਕੋਈ ਪ੍ਰੋਵਿੰਸ ਕਹਿੰਦੇ 4 ਲੱਖ। ਓਨਟਾਰੀਓ ਹੋਇਆ, ਓਨਟਾਰੀਓ 'ਚ ਹੈਗਾ ਕਿ ਹਾਂ, ਓਨਟਾਰੀਓ ਵੀ ਹੈ। ਓਨਟਾਰੀਓ ਦੇ ਅੰਦਰ 2 ਪ੍ਰੋਗਰਾਮ ਹੈ। ਇੱਕ ਪ੍ਰੋਗਰਾਮ ਹੈ ਤੁਸੀਂ $4 ਲੱਖ ਇਨਵੈਸਟ ਕਰ ਦਿਓ ਔਰ 8 ਲੱਖ ਦੀ ਨੈਟਵਰਥ ਹੋਣੀ ਚਾਹੀਦੀ ਹੈ। ਔਰ ਦੂਜਾ ਵਿਦਨ GTA ਤੋਂ ਬਾਹਰ ਕਰ ਰਹੇ ਹੋ ਤਾਂ 6 ਲੱਖ ਦੀ ਨੈਟਵਰਥ ਔਰ 2 ਲੱਖ ਦੀ ਇਨਵੈਸਟਮੈਂਟ ਕਰ ਦਿਓ। ਦਿਸ ਇਜ਼ ਆਊਟਸਾਈਡ GTA। ਔਰ ਬਸ ਤੁਸੀਂ ਇਹ ਲਾ ਸਕਦੇ ਹੋ। ਪਰ ਜਿਹੜੀ ਆਪਾਂ ਨੈਟਵਰਥ ਹੈ ਆਪਾਂ ਉੱਥੋਂ ਦੀ ਦਿਖਾਣੀ ਹੈ ਜਿੱਥੋਂ ਜਿਹੜੀ ਕੰਟਰੀ 'ਚ ਆਪਣੀ ਨੈਟਵਰਥ ਕਿੰਨੇ ਸਾਲਾਂ ਦੀ? ਇੱਕ ਜੋ ਨੋਰਮਲ ਹੁਣ ਤੱਕ ਜੋ ਤੁਹਾਡੀ ਉਹਦੀ ਉਹ ਨਹੀਂ ਹੁੰਦੀ, ਹੁਣ ਤੱਕ ਕਿੰਨਾ ਜਮ੍ਹਾਂ ਪੂੰਜੀ ਤੁਹਾਡੇ ਕੋਲ। ਅੱਛਾ, ਉਹੀ ਆਪਾਂ ਆਪਣਾ ਨਹੀਂ ਕੁਛ 6 ਮਹੀਨੇ ਸਾਲ ਆਪਣੇ ਕੁਛ ਅਕਾਊਂਟ ਦੀ ਇਹੋ ਜਿਹਾ ਵੀ ਕੁਛ ਦਿਖਾਉਣਾ ਹੁੰਦਾ ਕਿ ਕੁਛ ਦਿਖਾਉਣ ਦੀ ਲੋੜ ਨਹੀਂ ਹੈਗੀ? ਉਹ ਨਹੀਂ ਹੁੰਦਾ। ਜਿੱਦਾਂ ਇੱਥੇ ਵਾਲੇ ਤੁਹਾਨੂੰ 2 CPA ਇਹਨਾਂ ਦੇ ਗਵਰਨਮੈਂਟ ਆਥੋਰਾਈਜ਼ ਕੀਤੇ ਹੋਏ ਹੈ, ਉਹੀ ਤੁਸੀਂ ਉਹਨਾਂ ਕੋਲ ਜਾਂਦੇ ਹੋ, ਆਪਣੇ ਸਾਈਡ ਡਾਕੂਮੈਂਟੇਸ਼ਨ ਦਿੰਦੇ ਹੋ, ਉਹ ਬਣਾਉਂਦੇ ਹੋ ਤੁਹਾਡੀ ਨੈਟਵਰਥ। ਜਿੱਦਾਂ ਇੰਡੀਆ ਆਪਾਂ CA ਤੋਂ ਨਹੀਂ ਬਣਾਉਂਦੇ ਨੈਟਵਰਥ ਸਰਟੀਫਿਕੇਟ ਆਪਣਾ, ਠੀਕ ਹੈ, ਸਰਟੀਫਿਕੇਟ ਜਿਹਦੇ ਵਿੱਚ ਆਪਾਂ ਸਾਰਾ ਲਿਕੁਇਡ, ਮੂਵੇਬਲ, ਇਮੂਵੇਬਲ ਐਸੈਟਸ, ਉੱਦਾਂ ਦੀ ਨੈਟਵਰਥ ਸਰਟੀਫਿਕੇਟ ਸਾਨੂੰ ਨੈਟਵਰਥ ਚਾਹੀਦੀ ਹੈ ਵੀ ਤੁਹਾਡਾ ਬੰਦੇ ਕੋਲ ਹੈ ਕਿੰਨਾ ਪੈਸਾ, ਜਾਇਦਾਦ ਕਿੰਨੀ ਹੈ ਇਨ ਕੈਨੇਡੀਅਨ ਡਾਲਰਸ, ਬੇਸਿਕਲੀ ਜਾਇਦਾਦ, ਸੋਨਾ ਚਾਂਦੀ, ਘੋੜਾ ਗਾੜੀ, ਸਾਰਾ ਕੁਝ ਮਿਲਾ ਕੇ FD। ਠੀਕ ਹੈ। ਮੈਂ ਸੋਚਿਆ ਕਿ ਜਿਹੜਾ ਬਿਜ਼ਨਸ ਦੀ ਨੈਟਵਰਥ ਉੱਥੇ ਦੇ ਬਿਜ਼ਨਸ, ਨਹੀਂ, ਬਿਜ਼ਨਸ ਦੀ ਨਹੀਂ, ਆਪਣੀ ਪਰਸਨਲ। ਅੱਛਾ, ਪਰਸਨਲ ਨੈਟਵਰਥ। ਬਿਜ਼ਨਸ ਦਾ ਤੇ ਪ੍ਰੂਵ ਕਰਨਾ ਯੂ ਆਰ ਅ ਬਿਜ਼ਨਸ ਓਨਰ। ਨਹੀਂ, ਮੈਂ ਬਿਜ਼ਨਸ ਓਨਰ ਹਾਂ, ਹੁਣ ਮੈਂ ਇੰਡੀਆ 'ਚ ਬਿਜ਼ਨਸ ਕਰਦਾ, ਤਾਂ ਮੇਰੀ ਉੱਥੇ ਦੀ ਵੀ ਨੈਟਵਰਥ ਇੱਕ ਬਿਜ਼ਨਸ ਦੀ ਵੀ ਹੈਗੀ ਹੈ ਨਾ? ਹਾਂ, ਉਹ ਵੀ ਦਿਖਾਣੀ ਹੈ। ਉਹ ਵੀ ਦਿਖਾਓ, ਇਟਸ ਗੁੱਡ। ਲੇਕਿਨ ਉਹ ਬਿਜ਼ਨਸ ਦੀ ਅਗਰ ਤੁਸੀਂ 100% ਓਨ ਕਰਦੇ ਹੋ ਤੁਹਾਡੀ ਆ ਉਹ ਵੀ ਬੇਸਿਕਲੀ। ਔਰ ਅਗਰ ਨਹੀਂ ਕਿ ਤੁਸੀਂ ਓਨ ਕਰਦੇ 100% ਪਾਰਟਨਰ ਹੈ, ਤਾਂ ਅੱਧੀ ਉਹਦੀ ਹੋ ਗਈ, ਅੱਧੀ ਤੁਹਾਡੀ ਹੋ ਗਈ। ਅਤੇ ਆਪਾਂ $1,00,000 ਲਾਇਆ, 4 ਲੱਖ ਲਾਇਆ, 2 ਲੱਖ ਲਾਇਆ, ਡਿਫਰੈਂਟ ਪ੍ਰੋਵਿੰਸ ਦੇ ਹਿਸਾਬ ਨਾਲ, ਉਹ ਜਿਹੜਾ ਲਾਇਆ ਉਹ ਕਿਹਦੇ ਕੋਲ ਗਿਆ?
ਨਾਰਮਲ ਤੁਸੀਂ ਕੋਈ ਬਿਜ਼ਨਸ ਬਾਏ ਕਰ ਲਿਆ, ਅਸੀਂ ਇੱਥੇ ਆ ਕੇ ਪਹਿਲਾਂ ਬਿਜ਼ਨਸ ਬਾਏ ਕਰਨਾ। ਬਾਏ ਕਰ ਲਓ। ਉਹਦੇ ਡਿਫਰੈਂਟ ਪ੍ਰੋਗਰਾਮਸ ਹੈ। ਸਮ ਪ੍ਰੋਗਰਾਮ ਜਿੱਦਾਂ ਐਲਬਰਟਾ ਦੀ ਗੱਲ ਕਰਦੇ ਹਾਂ, ਐਲਬਰਟਾ ਦੇ ਅੰਦਰ ਤੁਸੀਂ ਆਪਣੀ ਐਪਲੀਕੇਸ਼ਨ ਬਣਾ ਕੇ ਸਬਮਿਟ ਕਰਨੀ ਹੈ। ਐਪਲੀਕੇਸ਼ਨ ਅਪਰੂਵ ਹੋ ਗਈ ਤਾਂ ਤੁਹਾਨੂੰ ਵਰਕ ਪਰਮਿਟ ਮਿਲ ਜਾਣਾ। ਵਰਕ ਪਰਮਿਟ ਮਿਲ ਗਿਆ, ਫਿਰ ਤੁਸੀਂ ਪੈਸਾ ਲਾਣਾ। ਤੇ ਉਹ ਵਰਕ ਪਰਮਿਟ ਕਿੰਨੇ ਟਾਈਮ ਦਾ ਮਿਲਦਾ? ਉਹ ਸਾਲ ਦਾ, 2 ਸਾਲ ਦਾ, ਡਿਪੈਂਡਿੰਗ, ਠੀਕ ਹੈ। ਤੇ ਫਿਰ ਉਹ ਪੈਸਾ ਲਾ ਕੇ ਇਹ ਪ੍ਰੋਗਰਾਮ ਦੀ ਰਿਕੁਆਇਰਮੈਂਟ ਹੈ, ਪੈਸਾ ਬਾਅਦ ਚ ਲਾਣਾ, ਪਹਿਲੇ ਅਪਰੂਵਲ ਲੈ ਲਓ। 2 ਸਾਲ ਦਾ ਤੁਹਾਨੂੰ ਅਪਰੂਵਲ ਮਿਲ ਗਿਆ, ਠੀਕ ਹੈ, 2 ਸਾਲ ਦਾ ਵਰਕ ਪਰਮਿਟ ਮਿਲ ਗਿਆ। ਹੁਣ ਜਿਹੜਾ ਕਮਿਟਮੈਂਟ ਗਵਰਨਮੈਂਟ ਨਾਲ ਹੋਈ ਹੈ ਉਹ ਤੁਸੀਂ ਇਨਵੈਸਟ ਕਰ ਦਿਓ $1,00,000। ਤੁਸੀਂ ਕੋਈ ਰੈਂਟ ਗੱਡੀ ਲਈ ਹੈ ਬਿਜ਼ਨਸ ਲਈ, ਰੈਂਟ ਪੇ ਕਰ ਰਹੇ ਹੋ, ਸੈਲਰੀਜ਼ ਪੇ ਕਰ ਰਹੇ ਹੋ, ਬਿਜਲੀ ਬੱਤੀ, ਇਹ ਸਾਰਾ ਕੁਝ ਰੇਟ ਤੁਸੀਂ ਸਾਲ 'ਚ ਜਮ੍ਹਾਂ ਕਰਨਾ। ਤੁਸੀਂ ਐਕਸਪੈਂਸਿਸ ਕਰਨੇ, ਇਕੋਨਮੀ 'ਚ ਪੈਸਾ ਪਾਤਾ, ਫਿਰ ਤੁਸੀਂ ਸਰਕਾਰ ਕੋਲ ਜਾਂਦੇ ਹੋ, ਵਾਟ ਕਮਿਟਮੈਂਟ ਆਈ ਮੇਡ ਟੂ ਯੂ, ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ, ਮੈਂ $1,00,000 ਲਾਤਾ ਜੀ, ਲਓ ਸਾਰਾ ਰਸੀਦਾਂ ਸਾਰਾ ਕੁਝ ਦੱਸਦਾ, ਰਾਈਟ। ਉਹਦੇ ਬੇਸ 'ਤੇ ਗਵਰਨਮੈਂਟ ਤੁਹਾਨੂੰ PNP ਦੇ ਦਿੰਦੀ ਹੈ। ਵੰਸ PNP ਡਨ ਹੋ ਗਈ, ਫਿਰ ਤੁਸੀਂ ਫਾਈਨਲ PR ਲਾ ਦਿੰਦੇ ਹੋ ਫੈਡਰਲ। ਸੋ ਇੱਦਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਹੈ। ਜਦੋਂ ਸਾਡੇ ਨਾਲ ਕੰਸਲਟੇਸ਼ਨ ਹੁੰਦੀ ਕਿਸੇ ਬਿਜ਼ਨਸ ਓਨਰ ਦੀ, ਅਸੀਂ ਗਾਈਡ ਕਰਦੇ ਹਾਂ, ਓਕੇ ਇੰਨੇ ਤੁਹਾਡੇ ਤੁਸੀਂ ਕੁਆਲੀਫਾਈ ਇਸ ਕੈਟੇਗਰੀ ਕਰਦੇ ਹੋ, ਦੀਜ਼ ਆਰ ਰਿਕੁਆਇਰਮੈਂਟਸ। ਫਿਰ ਅਸੀਂ ਦੱਸਦੇ ਹਾਂ, ਕਲੈਰਿਟੀ ਨਾਲ ਕੰਮ ਹੋ ਜਾਂਦਾ ਬੰਦੇ ਦਾ। ਕਿਸੇ ਨੂੰ ਬਿਜ਼ਨਸ ਓਨਰ ਹੁੰਦਾ ਹੈ, ਉਹਨੂੰ ਕੋਈ ਰੋਂਗ ਗਾਈਡੈਂਸ ਮਿਲ ਜਾਂਦੀ ਹੈ, LMI ਲੈ ਲਓ, ਦਿਸ ਐਂਡ ਦੈਟ, ਤੁਸੀਂ ਕੁਛ ਹੋਰ ਕਰ ਲਓ। ਔਰ ਉਹ ਜੈਨੂਅਲ ਬਿਜ਼ਨਸ ਓਨਰ, ਉਹਦੀ ਇੰਟੈਂਸ਼ਨ ਡਿਫਰੈਂਟ ਹੈ, ਉਹਨੇ ਕੁਝ ਜੈਨੂਅਲ ਨਹੀਂ ਕਰਨਾ ਫॉर ਹਿਮਸੈਲਫ ਐਂਡ ਫॉर ਹਿਸ ਫੈਮਿਲੀ, ਉਹਨੂੰ ਉਹਦੇ ਲਈ ਆ, ਹਰੇਕ ਲਈ ਨਹੀਂ ਹੈ। ਔਰ ਬਿਜ਼ਨਸ ਓਨਰ ਦੇ ਇਲਾਵਾ ਜਿੱਦਾਂ ਬਿਜ਼ਨਸ ਐਂਟਰਪ੍ਰੀਨਰ ਪ੍ਰੋਗਰਾਮਸ ਹੈ ਫॉर PNP, ਦੇयर इज ਅਨਦਰ ਪ੍ਰੋਗਰਾਮ ਕਾਲਡ ਓਨਰ ਆਪਰੇਟਰ ਕੈਟੇਗਰੀ। ਓਨਰ ਆਪਰੇਟਰ ਦੇ ਅੰਦਰ ਤੁਸੀਂ ਕੋਈ ਵੀ ਬਿਜ਼ਨਸ ਬਾਏ ਕਰਦੇ ਹੋ, ਉਹਦੇ ਅੰਦਰ ਤੁਹਾਡੀ ਮਿਨੀਮਮ ਸ਼ੇਅਰ ਤੁਹਾਡੇ ਕੋਲ 50.1 ਮਤਲਬ ਮੋਰ ਦੈਨ 50% ਤੁਹਾਡੇ ਕੋਲ ਸ਼ੇਅਰ ਹੋਣਾ ਚਾਹੀਦਾ। ਔਰ ਮਿਨੀਮਮ ਕੋਈ ਇਨਵੈਸਟਮੈਂਟ ਨਹੀਂ ਹੈ ਉਹਦੀ ਰਿਕੁਆਇਰਮੈਂਟ, ਔਰ ਮਿਨੀਮਮ ਕੋਈ ਨੈਟਵਰਥ ਨਹੀਂ ਚਾਹੀਦੀ। ਲੇਕਿਨ ਤੁਹਾਨੂੰ ਪ੍ਰੂਵ ਕਰਨਾ ਹੈ ਕਿ ਤੁਸੀਂ ਉਹ ਬਿਜ਼ਨਸ ਆਪਰੇਟ ਕਰ ਸਕਦੇ ਹੋ, ਮਤਲਬ ਤੁਹਾਡੇ ਬਗੈਰ ਬਿਜ਼ਨਸ ਆਪਰੇਟ ਨਹੀਂ ਹੋਣਾ। ਔਰ ਤੁਸੀਂ ਉਹਨੂੰ ਓਨ ਵੀ ਕਰਦੇ ਹੋ ਮੈਜੋਰਿਟੀ, ਤੁਹਾਨੂੰ ਕੋਈ ਬਿਜ਼ਨਸ ਤੋਂ ਕੱਢ ਨਹੀਂ ਸਕਦਾ, ਔਰ ਤੁਸੀਂ ਉਹਨੂੰ ਆਪਰੇਟ ਵੀ ਕਰਦੇ ਹੋ। ਤੇ ਆ ਨੈਟਵਰਥ ਤੇ ਇਨਵੈਸਟਮੈਂਟ ਅਮਾਊਂਟ ਕੀ ਡਿਫਰੈਂਟ ਹੈ? ਸੇਮ ਇਨ ਡਿਫਰੈਂਟ PNP ਪ੍ਰੋਗਰਾਮਸ ਡਿਫਰੈਂਟ ਨੈਟਵਰਥ ਹੁੰਦੀ ਹੈ, ਔਰ ਡਿਫਰੈਂਟ ਇਨਵੈਸਟਮੈਂਟ ਅਮਾਊਂਟ ਹੁੰਦਾ ਹੈ। ਦੈਟਸ ਦੀ ਮੇਨ ਕੁਐਸਚਨ ਵੀ ਆਸਕ ਕਿ ਵੀ ਤੁਹਾਡੀ ਨੈਟਵਰਥ ਕਿੰਨੀ ਹੈ ਤੇ ਇਨਵੈਸਟਮੈਂਟ ਅਮਾਊਂਟ ਕਿੰਨਾ। ਇਹ ਅਸੀਂ ਹਰ ਇੱਕ ਨੂੰ ਪੁੱਛਦੇ ਹਾਂ, ਫਿਰ ਵੀ ਰਿਕਮੈਂਡ ਕਿਹੜਾ ਪ੍ਰੋਗਰਾਮ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ।